ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਨੂੰ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀਆਂ ਸਾਖੀਆਂ ਬਾਰੇ ਜਾਣੂ ਕਰਾ ਰਹੇ ਹਾਂ, ਜੋ ਕਿ ਉਹਨਾਂ ਦੀ ਬੁੱਕ ਆਨੰਦ ਸਰੋਵਰ ਜੀਵਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਤੇ ਉਹਨਾਂ ਦੀ ਅਗਲੀ ਸਾਖੀ ਪਟਿਆਲੇ ਵੱਲ। ਮਹਾਰਾਜਾ ਸਾਹਿਬ ਭੁਪਿੰਦਰ ਸਿੰਘ ਪਟਿਆਲਾ ਨਰੇਸ਼ ਪਿਛਲੇ ਜਨਮ ਦੀ ਤਪੱਸਿਆ ਕਾਰਨ ਸੰਤਾਂ ਮਹਾਤਮਾ ਦਾ ਬੜਾ ਸਤਿਕਾਰ ਕਰਦੇ ਸਨ। ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਤਪੇਂਦੇ ਭੂਰੀ ਵਾਲੇ ਸੰਤ ਤਾਂ ਉਹਨਾਂ ਦੇ ਪਾਸ ਅਕਸਰ ਆਇਆ ਕਰਦੇ ਸਨ। ਪੁੱਚੋਂ ਵਾਲੇ ਸੰਤ ਹਰਨਾਮ ਸਿੰਘ ਜੀ ਦੇ ਵੀ ਮਹਾਰਾਜ ਸਾਹਿਬ ਬੜੇ ਸ਼ਰਧਾਲੂ ਹੋ ਗਏ ਸਨ। ਪਰ ਤਾਂ ਵੀ ਮਹਾਰਾਜਾ ਦਰਪੰਗਾ ਦੀ ਪ੍ਰੇਰਨਾ ਕਾਰਨ ਉਹ ਇੱਕ ਤੰਤਰੀ ਜਾਲ ਦੇ ਵਿੱਚ ਫਸ ਗਈ। ਇਹ ਸੀ ਇੱਕ ਬੰਗਾਲੀ ਬ੍ਰਾਹਮਣ। ਸ਼ਾਇਦ ਉਸਨੇ ਕੋਈ ਸ਼ਕਤੀ ਵਿਖਾਈ ਹੋਵੇ ਜਾਂ ਹਿੰਦੂ ਪਹਾੜ ਰਾਣੀਆਂ ਵੱਲੋਂ ਵੀ ਕੋਈ ਉਕਸਾਹਟ ਹੋਵੇ। ਪਰ ਇਹ ਪ੍ਰਸਿੱਧ ਸੀ ਕਿ ਮਹਾਰਾਜਾ ਸਾਹਿਬ ਦੀ ਰਹੁ-ਰੀਤੀ ਤੇ ਪਹਿਰਾਵੇ ਆਦਿ ਵਿੱਚ ਸਪਸ਼ਟ ਪਰਿਵਰਤਨ ਆ ਗਿਆ ਸੀ, ਜਿਹੜਾ ਕਿ ਲਾਲ ਬਸਤਰਾਂ ਤੇ ਤਰਸੂਲ ਦੀ ਵਰਤੋਂ, ਜਿਸ ਨੂੰ ਦੇਖ ਕੇ ਛੁੱਟ ਖੁਸ਼ਾਮਦੀ ਅਹਲਕਾਰਾਂ ਦੇ ਹੋਰ ਸਿੱਖ ਹਿਰਦੇ ਬੜਾ ਦੁੱਖ ਮਹਿਸੂਸ ਕਰਦੇ ਸਨ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸਤਿਕਾਰ ਵਿੱਚ ਵੀ ਫਰਕ ਪੈ ਰਿਹਾ ਸੀ। ਵੱਡੇ ਅਹਲਕਾਰਾਂ ਵਿੱਚੋਂ ਸਰਦਾਰ ਹਰਚੰਦ ਸਿੰਘ ਡਾਇਰੈਕਟਰ ਐਗਰੀਕਲਚਰ, ਜੋ ਬਾਬਾ ਜੀ ਦੇ ਅਨਿਨ ਸੇਵਕ ਤੇ ਚੰਗੇ ਗੁਰਸਿੱਖ ਸਨ, ਨੇ ਬੇਨਤੀ ਕੀਤੀ ਕਿ ਸਤਿਗੁਰਾਂ ਦਾ ਬਚਨ ਸੀ, ਤੇਰਾ ਕਰ ਸੋ ਮੇਰਾ ਕਰ, ਤੇ ਇਸ ਘਰ ਦਾ ਇਹ ਹਾਲ ਹੋ ਰਿਹਾ ਹੈ। ਜਿਸ ਪਰ ਬਾਬਾ ਜੀ ਨੇ ਆਪਣੇ ਸੁਭਾਅ ਅਨੁਸਾਰ ਇਤਨਾ ਹੀ ਫਰਮਾਇਆ, ਚੰਗਾ ਵਿਚਾਰ ਕਰਾਂਗੇ। ਜਦ ਦਿੱਲੀ ਤੋਂ ਆਸਨ ਚੁੱਕਣ ਦਾ ਸਮਾਂ ਆਇਆ ਤਾਂ ਸਰਦਾਰ ਜੀ ਨੇ ਮੌਕਿਆ ਵੇਖ ਫੇਰ ਬੇਨਤੀ ਕੀਤੀ। ਸਤਿਗੁਰਾਂ ਦਾ ਪ੍ਰਸੰਨਤਾ ਦਾ ਹੁਕਮ ਆਉਣ ਪਰ ਬਾਬਾ ਜੀ ਦਾ ਇਵੇਂ ਹੀ ਪ੍ਰੋਗਰਾਮ ਬਣ ਗਿਆ। ਪਟਿਆਲੇ ਸ਼ਹਿਰ ਤੋਂ 2 ਮੀਲ ਦੀ ਵਿੱਥ ਤੇ ਉੱਤਰ ਪੱਛਮੀ ਵਾਲੀ ਸੜਕ ਤੇ ਜੇਲ੍ਹ ਦੇ ਨੇੜੇ ਇੱਕ ਖੂਹ ਸੀ। 4 ਚੁਫੇਰੇ ਛਿਛੜੇ ਦਾ ਜੰਗਲ ਹੀ ਜੰਗਲ ਸੀ। ਥਾਂ ਭੈੜੀ ਜਿਹੀ ਤੇ ਇੱਕ ਪੁਰਾਣੇ ਪੱਠੇ ਦੇ ਕੋਲ 4 ਦੀਵਾਰੀ ਜਿਹੀ ਖੜੀ ਹੋਈ ਸੀ, ਜਿਸ ਦੇ ਭਾਗ ਜਾਗ ਪਏ। ਇਸ ਤੇ ਹੀ ਚਟ ਪਰ ਛੱਤ ਪਾ ਦਿੱਤਾ ਗਿਆ। ਬਾਬਾ ਜੀ ਲਈ ਇੱਕ ਤੰਬੂ ਤੇ ਰਾਗੀਆਂ ਲਈ ਤੰਬੋਟੀਆਂ ਦਾ ਪ੍ਰਬੰਧ ਕੀਤਾ ਗਿਆ। ਦੁਪਹਿਰ ਬਾਬਾ ਜੀ ਇੱਕ ਤੰਬੂ ਵਿੱਚ ਕੱਟਦੇ, ਜਿਹੜਾ ਕਿ ਉਸ ਸਥਾਨ ਤੋਂ ਅੱਧ ਮੀਲ ਤੇ ਲਗਾਇਆ ਗਿਆ। ਸੰਗਤ ਭਾਵੇਂ ਹੌਲੀ-ਹੌਲੀ ਵਧੀ, ਪਰ ਬਾਬਾ ਜੀ ਨੂੰ ਇੱਥੇ ਆਇਆ ਹਾਲੇ 5-6 ਦਿਨ ਹੀ ਹੋਏ ਸਨ ਕਿ ਸ਼ਹਿਰ ਵਿੱਚ ਬਾਬਾ ਜੀ ਦਾ ਬੜਾ ਜਸ ਹੋਣ ਲੱਗਾ। ਮਹਾਰਾਜਾ ਸਾਹਿਬ ਲਾਹੌਰ ਗਏ ਹੋਏ ਸਨ। ਤੰਤਰੀ ਨੂੰ ਜਦ ਪਤਾ ਲੱਗਾ ਤਾਂ ਉਸ ਨੂੰ ਵੀ ਪਿੱਸੂ ਪੈ ਗਏ, ਪਰ ਉੱਤੋਂ ਕਹਿਣ ਲੱਗਾ, ਉਹ ਅਵਿਦਿਆ ਹੈ। ਖੈਰ, ਉਸਨੇ ਆਪਣੇ ਇੱਕ ਮੁਖੀ ਸੇਵਕ ਨੂੰ ਇਹ ਸਮਝਾ ਕੇ ਬਾਬਾ ਜੀ ਦੇ ਪਾਸ ਭੇਜਿਆ ਕਿ ਜਾ ਕੇ ਪ੍ਰਸ਼ਨ ਕਰੋ कि माया तथा ईश्वर और आत्मा तथा परमात्मा में क्या भेद है। सरदार रतन सिंह दी जबानी। शाम ਦੇ ਦੀਵਾਨ ਦਾ ਸਮਾਂ ਸੀ। 80 ਤੋਂ 100 ਦੀ ਸੰਗਤ ਜੁੜੀ ਹੋਈ ਸੀ। ਕੀਰਤਨੀਆਂ ਦਾ ਜਥਾ ਸੱਜ ਬਣ ਕੇ ਆਣ ਕੇ ਬੈਠਾ ਹੀ ਸੀ ਕਿ ਇੱਕ ਮੋਟਰ ਕਾਰ ਵਿੱਚ 3 ਆਦਮੀ ਆਏ। ਇੱਕ ਤਾਂ ਡਰਾਈਵਰ, ਦੂਜਾ ਬੰਦੂਕਚੀ, ਜੋ ਕੇਸ ਦਾੜੀ ਵਾਲਾ ਤੇ ਗੇਰੂ ਬਸਤਰ ਪਹਿਨੇ ਹੋਏ ਸੀ। ਉਹ ਤਾਂ ਦੋਵੇਂ ਕਾਰ ਕੋਲ ਰਹੇ, ਜੋ ਕਿ ਦੀਵਾਨ ਤੋਂ 20 ਕਰਮਾਂ ਦੀ ਵਿੱਥ ਤੇ ਖੜੀ ਕੀਤੀ ਹੋਈ ਸੀ। ਤੇ ਤੰਤਰੀ ਸਾਡੇ ਵੱਲ ਆਇਆ। ਇਹ ਛੋਟੂ ਜਿਹਾ ਨਕਾਰਾ ਤੇ ਦਾੜੀ ਮੁੰਨਾ ਸੀ। ਸਭ ਰਾਗੀਆਂ ਨੇ ਇੱਕੋ ਜਿਹੇ ਚਿੱਟੇ ਬਸਤਰ ਪਾਏ ਹੋਏ ਵੇਖ ਕੁਝ ਸੋਚ ਵਿੱਚ ਪੈ ਗਿਆ। ਉਸ ਨੂੰ ਸਾਰੇ ਸੰਤ ਹੀ ਦਿਸਦੇ ਸਨ, ਕਦੀ ਕਿਸੇ ਵੱਲ ਜਾਵੇ ਤੇ ਕਦੀ ਕਿਸੇ ਵੱਲ। ਆਖਰ ਉਸਨੇ ਪੁੱਛਿਆ, ਕਲੇਰਾਂ ਵਾਲਾ ਸੰਤ ਕੌਣ ਸਾ ਹੈ? ਰਾਗੀ, ਇਹ ਸਾਰੇ ਕਲੇਰਾਂ ਵਾਲੇ ਹੀ ਹੈ। ਤੰਤਰੀ, बड़ा संत कौन है? रागी, ओह इनमें नहीं है, अभी आएंगे और इस आसन पर बैठेंगे। बाबा जी उस वेले कुछ शरीरक क्रिया साधन गए हुए सन। मेरा तो उनसे काम है,
मैं सत्कार नाल कहा कि तुसी इत्थे बैठो। इतने चिर विच देखिया कि बाबा जी दिशा फारग हो गए, जंगल वल्लों आ रहे सन। ਉਹ उधर दौड़ के गया, मैं भी मगरों मगर, क्योंकि वो खलोंदा नहीं सी। इन्ने चिर विच बाबा जी भी नेड़े आ गए। ये कौन है, की कहंदा है? बाबा जी ने पूछया। मेरे बेनती करन ते बाबा जी असी हथ धो के हुणे आए हाँ। पंडित जी तुसी संगत विच चलो। ओ वहाँ मैं नहीं जाऊँगा, अभी बताएं। बातें दो ही हैं, वो भी छोटी छोटी। मैं उसनूं बथेरा हथ मारिया कि इत्थे गल ना करे, पर ਉਹ रुके ना। उसने सज्जे हथ दा अंगूठा सप वांग पिया हिले ते बहुत तेज। बाबा जी बच के रही, यह मंत्र पिया पढ़दा है। मैं उसनूं उसे अंगूठे वाले हथ दी वीणी तो पकड़ के मोहरे ला लिया ते डांट के कहा, चलदा क्यों नहीं अगां? सारे उत्थे ही बैठे होए हन, ਉਹ बेवकूफ ते नहीं। ਇਹ ਕਹਿੰਦਿਆਂ जद मैं उसनूं झटका मारिया तां ਉਹ डर गया ते सिद्धा हो अगे टुर पिया। इतने चिर विच बाबा जी भी आ गए ते सत्कार नाल उसनूं बराबर दे आसन ते बिठा के आप अपने आसन ते बिराज गए। ਇਹ ਦੋਵੇਂ आसन ਲੱਕੜ ਦੇ ਅੰਦਰ ਵੱਲ ਸਨ। ਤੇ ਫਿਰ ਸ਼ਾਂਤੀਪੂਰਵਕ ਕਿਹਾ, ਪੰਡਿਤ ਜੀ ਕਰੋ ਹੁਣ ਪ੍ਰਸ਼ਨ। ਇਹ ਨਜ਼ਾਰਾ ਵੇਖ ਲੋਕ ਸਾਰੇ हैरान कि ਇਹ बन की ਰਿਹਾ है। पर अगों पंडित जी चुप, इतने घबराए कि त्रेलियां आन लग पईयां। भाई हुण पुछ, बाबा जी ने जरा रोब नाल कहा। उसने पीण लई पानी मंगिया ते बाबा जी ने पानी लियाउण लई मैनूं हुक्म दिता। कुछ विथ ते अंब दे बूटे हेठां एक कोरा घड़ा पानी दा भरिया पिया सी। मैं उत्थों जाके कौली भर के पानी दी लियांदी, पर बाहर अंब दे बूर होने करके बूर दा एक कनका विच आ गया। मैं इसको नहीं पीऊँगा, इस पानी में दोष है, पंडित ने जरा हौसला करके कहा। इस ते मैं पानी डोल दिता ते दौड़ के कौली फिर भर लियांदी, पर उस विच भी बूर दा एक किनका फिर निकल आया। ये ठीक नहीं है, उसनूं फिर कहण दा बहाना मिल गया। तीजी वारी पानी पुन के लियांदा, कौली सामने रखी ते उसने सारी पी के पुंजे रख दिती। कौली चुक के जद मैं बाहर गया तो मौकिया ताड़ के बाबा जी दे पिछे लगदा लक्कड़ दा सरगटा टप छलांग मारी ते ओह दौड़ के मोटर विच जा वड़िया। इस पर सारे हसन लग पे। यह की बनिया, अज खूब होई है। ऐसा काबू आया कि प्रशन तां की करना सी, जान छुड़ा के नसना पिया। इन्नी गल नाल तंत्री दा भी सारा रोब उड़ गया। पता नहीं सी उसने तंत्री नूं जाके की दस्सिया, पर सारे शहर विच रौला जिहा पै गया ते हर पासे बाबा जी दी जय जयकार होण लग पई। मालूम हुंदा है कि पटियाले वल जाण दा अतरीव कारण तंत्री दे प्रभाव नूं घटा के उस नूं कड्ढण दा ढो बनाना सी। महारानी साहिबा तो छुट दो होर वड्डियां राणियां सन, नड़ू वाली ते राड़े वाली। इन्हां विचों नड़ू वाली नूं संतां महात्मा दी चाह रहिंदी। उसने सुनेहा घल्लिया कि वह प्रशादे दी सेवा करनी चाहुंदी है ते बिना आग्यारी 20 आदमियां दा प्रशादा हलवाई कोलों बनवा के पुच्छों वाले संतां दे 2 सेवकां दे हत्थी घल्लिया। नाल ये अखवा घल्लिया कि जे पुछन तां कह देना कि बीबी साहिबा ने घल्लिया है। ਉਹ सेवक सरदार हरचंद सिंह होरां दे आउण तो 20 ਕੁ ਮਿੰਟ अगों पुज गए। बाबा जी दे पुछण ते मैं उवें ही कह दिता जिवें कि मैनूं दस्सिया सी। प्रशादा बाबा जी अंदर लै गए। मर्यादा अनुसार जद गुरु साहिब नूं भोग लगवाउण लगे तां भोग ना लगे। इस पर 15-20 मिनटां पिछों मैनूं फिर बुला के पुछया कि जिहड़े प्रशादे लैके आए हन उन्हां तो पता कीता जावे कि प्रशादा भेजण वाले दा नाम की है। ते मैनूं भी झाड़िया कि तू प्रशादा एवें पकड़ लैंदा है। पुछण ते प्रशादा लियाउण वालियां ने फिर बड़े बीबा साहिब तां असीं हरेक नूं कह दिंदे हां,
ਪਤੀ ਦਾ ਨਾਮ ਪੁੱਛਿਆ ਜਾਏ। ਮੇਰੇ ਪੁੱਛਣ 'ਤੇ ਉਹ ਕਹਿਣ ਲੱਗੇ ਕਿ ਅਸੀਂ ਨੌਕਰ ਆਦਮੀ ਹਾਂ, ਪਤੀ ਦਾ ਨਾਂ ਸਾਨੂੰ ਦੱਸਣ ਦੀ ਆਗਿਆ ਤਾਂ ਨਹੀਂ ਹੈ। ਅੱਗੇ ਗੱਲ ਤੁਸੀਂ ਕਿਸੇ ਹੋਰ ਪਾਸੇ ਨਾ ਕਰਨੀ, ਪਰ ਵਿੱਚੋਂ ਇਹ ਹੈ ਸਾਰੀ ਗੱਲ ਦੱਸੀ। ਬਾਬਾ ਜੀ ਫਿਰ ਥਾਲ ਅੰਦਰ ਲੈ ਗਏ। ਬੇਨਤੀ ਕਰਨ 'ਤੇ ਭੋਗ ਤਾਂ ਲੱਗ ਗਿਆ, ਪਰ 2-4 ਮਿੰਟਾਂ ਪਿੱਛੋਂ ਕਹਿਣ ਲੱਗੇ ਕਿ ਸਾਨੂੰ ਇਹਨਾਂ ਵੱਲ ਛਲਾਂ ਦੀ ਕੀ ਲੋੜ ਹੈ। ਤੁਸੀਂ ਹੁਣ ਲਾਂਭੇ ਜਾ ਕੇ ਸੁਖਮਨੀ ਸਾਹਿਬ ਦਾ ਪਾਠ ਕਰੋ। ਅਸੀਂ ਆਪਣੇ ਨਿਤਨੇਮ ਲਈ ਤੰਬੋਟੀ ਵਿੱਚ ਜਾ ਰਹੇ ਹਾਂ। ਇੱਥੇ ਆਇਆਂ 7-8 ਦਿਨ ਹੋ ਚੁੱਕੇ ਸਨ। ਇਤਨੇ ਵਿੱਚ ਐਜੂਟੈਂਟ ਜਨਰਲ ਸਰਦਾਰ ਗੁਰਦਿਆਲ ਸਿੰਘ ਹੋਰੀ ਆਪਣੀ ਕਾਰ 'ਤੇ ਆ ਗਏ। ਹੱਥ ਵਿੱਚ ਫਲਾਂ ਦੀ ਟੋਕਰੀ ਸੀ। ਮੈਨੂੰ ਕਹਿਣ ਲੱਗੇ, ਮੈਂ ਬਹੁਤ ਛੇਤੀ ਜਾਣਾ ਹੈ ਪਰੇਡ ਦੇਖਣ ਲਈ, ਹੁਣੇ ਜੇ ਦਰਸ਼ਨ ਕਰਾ ਦਿਓ ਤਾਂ ਬੜੀ ਮਿਹਰਬਾਨੀ ਹੋਵੇਗੀ। ਜੇ ਤਾਂ ਨਿਤਨੇਮ ਵਿੱਚ ਨਾ ਹੋਏ ਤਾਂ ਮੈਂ ਬੇਨਤੀ ਕਰ ਦਿਆਂਗਾ। ਬਾਬਾ ਜੀ ਹਾਲੀ ਨਿਤਨੇਮ ਵਿੱਚ ਨਹੀਂ ਸਨ ਬੈਠੇ, ਸੋ ਮੈਂ ਬੇਨਤੀ ਕਰ ਦਿੱਤੀ ਤਾਂ ਫਰਮਾਇਆ ਉਵੇਂ ਹੀ ਆ ਜਾਣ, ਸਨੇਕਾਰ ਹੀ। ਜਰਨੈਲ ਸਾਹਿਬ ਨੇ ਪ੍ਰਸ਼ਾਦ ਭੇਟ ਕੀਤਾ ਤਾਂ ਪੁੱਛਣ ਲੱਗੇ ਕਿ ਇਹ ਕਾਰ ਕਿਸ ਦੀ ਹੈ। ਜੀ ਆਪ ਦੀ। ਜਰਨੈਲ ਸਾਹਿਬ, ਜ਼ਰਾ ਸਮਝ ਕੇ ਬੋਲੋ, ਜੇ ਸਾਡੀ ਹੈ ਤਾਂ ਚਲੋ ਫਿਰ ਕਾਰ ਨੂੰ ਸਟਾਰਟ ਕਰੋ ਤੇ ਸੈਰ ਸਪਾਟਾ ਕਰ ਆਈਏ। ਤੇ ਮੁੱਲਾਂਪੁਰ ਪੁਲ ਨੂੰ ਦੁਰਾਹੇ ਵੱਲ ਜਾਂਦੀ ਨਹਿਰ 'ਤੇ ਟੁਰ ਪਏ ਤੇ ਮੈਨੂੰ ਹਦਾਇਤ ਕਰ ਦਿੱਤੀ ਕਿ ਰਾਗੀਆਂ ਦਾ ਪ੍ਰਬੰਧ ਕਰ ਦੇਵਾਂ ਮੂਲਪੁਰ ਪਾਸੇ ਵੱਲ। ਰਾਹ ਵਿੱਚ ਹੀ ਨਹਿਰ ਦੀ ਪਟੜੀ 'ਤੇ ਕਰਮਸਰ ਰਾੜਾ ਸਾਹਿਬ ਵਾਲੇ ਸੰਤ ਈਸ਼ਰ ਸਿੰਘ ਜੀ ਬੈਠੇ ਹੋਏ ਸਨ। ਉਹਨਾਂ ਦੇ ਨਾਲ ਅਸਥਾਨ 'ਤੇ ਗਏ। ਅਧਿਆਤਮਕ ਮੰਡਲਾਂ 'ਤੇ ਬਚਨ ਕਰਦੇ ਰਹੇ। 2 ਕੁ ਘੰਟਿਆਂ ਦਾ ਸਮਾਂ ਦੇ ਕੇ ਅੱਗੋਂ ਅਬੋਹਰ ਬ੍ਰਾਂਚ 'ਤੇ ਨਹਿਰੋਂ ਨਹਿਰ ਪੈ ਕੇ ਬਦਨੀ ਕਲਾਂ ਆ ਪੁੱਜੇ ਤੇ ਉੱਥੋਂ ਜਰਨੈਲ ਸਾਹਿਬ ਨੂੰ ਆਗਿਆ ਦੇ ਦਿੱਤੀ। ਇੱਥੇ ਕਿਸੇ ਸਮੇਂ ਕਾਂਸ਼ੀਪੁਰੀ ਨਾਮੀ ਸੰਨਿਆਸੀ ਰਹਿੰਦਾ ਹੁੰਦਾ ਸੀ। ਉਸਨੇ ਰਾਉਕੀ ਤੇ ਬਦਨੀ ਦੇ ਵਿਚਕਾਰ ਮੈਰੇ ਵਿੱਚ ਇੱਕ ਕੱਚੀ ਕੋਠੀ ਪਾਈ ਹੋਈ ਸੀ। ਕੋਠੀ ਤਾਂ ਨਵੀਂ ਕਲੀ ਕੀਤੀ ਨਜ਼ਰ ਆਉਂਦੀ ਸੀ, ਪਰ ਬਾਬਾ ਜੀ ਵੇਖਦਿਆਂ ਸਾਰ ਕਹਿਣ ਲੱਗੇ, ਇਹ ਸਾਫ਼ ਜਗ੍ਹਾ ਨਹੀਂ ਹੈ, ਇੱਥੇ ਤਾਂ ਤੰਬਾਕੂ ਵਾਲੇ ਆਦਮੀ ਰਹਿ ਗਏ ਹਨ। ਜਦ ਅਸਾਂ ਸਫਾਈ ਕੀਤੀ ਤਾਂ ਇੱਕ ਪਿੱਪਲ ਦੀ ਜੜ ਵਿੱਚੋਂ ਕੋਈ ਚੀਜ਼ ਦੱਬੀ ਹੋਈ ਨਿਕਲੀ, ਜੋ ਤੰਬਾਕੂ ਹੀ ਸੀ। ਇਸ ਲਈ ਪੱਟੀਆਂ ਦੀ ਤੰਬੇਟੀ ਬਣਾ ਕੇ ਖੁੱਲ੍ਹੇ ਥਾਂ ਹੀ ਠਹਿਰੇ। ਸਵੇਰੇ ਕਹਿਣ ਲੱਗੇ ਕਿ ਇੱਥੇ ਇੱਕ ਚੂੜੇ ਦੀ ਰੂਹ ਰਹਿੰਦੀ ਹੈ। ਉਹ ਰਾਤ ਨੂੰ 2 ਵਾਰੀ ਇੱਧਰ ਆਇਆ, ਪਰ ਅਗਾਂਹ ਨਾ ਆ ਸਕਿਆ, ਸਾਥੋਂ ਦੂਰ ਹੀ ਫਿਰਦਾ ਰਿਹਾ। ਬਦਨੀ ਤੋਂ ਬੁੱਟਰ ਤੇ ਮੋਗੇ ਦੇ ਵੱਲ ਹੋ ਕੇ ਠਾਠ ਨੂੰ ਪੁੱਜੇ। ਇੱਥੇ ਆਣ ਕੇ ਪਹਿਲਾਂ ਅਖੰਡ ਪਾਠ ਕਰਾਇਆ, ਫਿਰ ਵਿਸਾਖੀ ਦਾ ਪੁਰਬ ਦਮਦਮੇ ਸਾਹਿਬ ਮਨਾਇਆ ਤੇ ਕੁਝ ਸਮਾਂ ਬਠਿੰਡੇ ਵੀ ਕਿਆਮ ਕੀਤਾ, ਜਿੱਥੇ ਦਿੱਲੀ ਦੀ ਨਵੀਂ ਬਣੀ ਸੰਗਤ ਵੀ ਪੁੱਜੀ। ਉਪਰੰਤ ਗਰਮੀਆਂ ਦੇ ਕੁਝ ਮਹੀਨੇ ਮਾਝੇ ਦੇ ਇਲਾਕੇ ਵਿੱਚ ਚੂਨੀਆਂ, ਬਿਸ਼ਨਨਾਥ, ਪੱਤੋਕੀ, ਛਾਂਗੇ ਮਾਂਗੇ, ਵੀਰ ਸਿੰਘ ਵਾਲੇ ਆਦਿ ਥਾਵਾਂ 'ਤੇ ਕੱਟੇ। ਭਾਵੇਂ ਬਾਬਾ ਜੀ ਬਹੁਤੀ ਗਰਮੀ ਮੰਨਦੇ ਸਨ। ਹਾਲੀ ਮਾਝੇ ਵਿੱਚ ਹੀ ਸਨ ਕਿ ਸ਼ਹੀਦ ਗੰਜ ਦੇ ਕਬਜ਼ੇ ਸੰਬੰਧੀ ਪਹਿਲੀ ਵੇਰੀ ਗੋਲੀ ਚੱਲੀ। ਇਸੇ ਰੁੱਤ ਵਿੱਚ ਦੇਊ ਸਿਆਲ ਦੀ ਸੰਗਤ ਨੂੰ ਵੀ ਨਿਵਾਜਿਆ ਤੇ ਇੱਥੇ ਹੀ ਕਾਕਾ ਮਈਆ ਸਿੰਘ ਨੂੰ ਆਪਣੇ ਕੀਰਤਨ ਦੀ ਸੇਵਾ ਬਖਸ਼ ਕੇ ਕਰਤਾਰ ਸਿੰਘ ਦਾ ਨਾਮ ਦਿੱਤਾ। ਇਹ ਵੀ ਦੱਸਿਆ ਜਾਂਦਾ ਹੈ ਕਿ ਇੱਥੇ ਕੁਝ ਪ੍ਰੇਮੀਆਂ ਨੇ ਭਾਈ ਸੁੰਦਰ ਸਿੰਘ, ਭਾਈ ਰੂੜਾ ਬੂੜਾ ਆਦਿ ਰਾਗੀਆਂ ਨੂੰ ਬੁਲਾਇਆ ਤੇ 2 ਦਿਨ ਕੀਰਤਨ ਦਾ ਬੜਾ ਠੱਠ ਵੱਜਾ। ਇੱਥੋਂ ਫਿਰ ਠਾਠ 'ਤੇ ਆਉਣਾ ਮਾਲੂਮ ਹੁੰਦਾ ਹੈ। ਇਸ ਵਰੇ ਇੱਕ ਪੂਰਨਮਾਸ਼ੀ 'ਤੇ ਲਗਭਗ 10,000 ਦੀ ਸੰਗਤ ਹੋ ਗਈ ਤੇ ਆਪਣੀ ਅਗੰਮੀ ਛੋਹ ਨਾਲ ਥੋੜ੍ਹੇ ਜਿਹੇ ਲੰਗਰ ਵਿੱਚ ਕਿਵੇਂ ਬਾਬਾ ਜੀ ਨੇ ਬਰਕਤ ਪਾਈ, ਇਸ ਦਾ ਵਰਣਨ ਹੋਰ ਥਾਂ 'ਤੇ ਆ ਚੁੱਕਾ ਹੈ। ਆ ਰਹੀ ਸਰਦੀ ਦੀ ਰੁੱਤ ਦਾ ਸਮਾਂ ਬਾਬਾ ਜੀ ਨੇ ਬਾਗਾਂ ਦੀ ਸੰਗਤ ਨੂੰ ਬਖਸ਼ਿਆ। ਡੇਰਾ ਸੰਤਾਂ ਵਾਲੇ ਖੂਹ 'ਤੇ ਲਾਇਆ। ਇਸ ਸਮੇਂ ਦੇ ਬੀਤੇ ਹਾਲ ਹੋਰ ਭਾਗਾਂ ਵਿੱਚ ਆਏ ਹਨ। ਦਸੰਬਰ ਦੇ ਮਹੀਨੇ ਵੱਡੇ ਦਿਨਾਂ ਦੀਆਂ ਛੁੱਟੀਆਂ ਵਿੱਚ ਦਿੱਲੀ, ਗੁਰਦਾਸਪੁਰ,
ਮਾਲਵੇ ਆਦਿ ਦੀਆਂ ਸੰਗਤਾਂ ਵੀ ਦਰਸ਼ਨ ਕਰਨ ਨੂੰ ਆਈਆਂ। ਮੋਗੇ ਤੋਂ ਆਏ ਹੋਏ ਗਿਆਨੀ ਪ੍ਰਭਾਕਰ ਸਿੰਘ ਨਾਲ ਇੱਥੇ ਤਲਾਈ ਬਣਾਉਣ ਸਮੇਂ ਜੋ ਭਵਿੱਖ ਬਚਨ ਹੋਏ ਤੇ ਜੋ ਦ੍ਰਿਸ਼ ਦੇਖੇ ਗਏ, ਉਹਨਾਂ ਦਾ ਜ਼ਿਕਰ ਉਚਿਤ ਥਾਂ ਤੇ ਆਵੇਗਾ। ਊਨੇ ਤੋਂ ਬੇਦੀ ਬੰਸ ਦੇ ਟਿੱਕਾ ਸਾਹਿਬ ਵੀ ਜਦ ਆਪਣੇ ਆਪਣੇ ਸਿੱਖ ਸੇਵਕਾਂ ਨੂੰ ਨਿਵਾਜਣ ਲਈ ਇੱਧਰ ਪਧਾਰੇ ਤਾਂ ਬਾਬਾ ਜੀ ਨੇ ਉਹਨਾਂ ਦਾ ਬੜਾ ਆਦਰ ਸਤਿਕਾਰ ਕੀਤਾ ਤੇ ਉਹਨਾਂ ਦੇ ਕਹਿਣ ਤੇ ਸੱਚਖੰਡ ਦਾ ਸਾਖੀ ਸੁਣਾਈ, ਜਿਸ ਦਾ ਵਰਣਨ ਹੋਰ ਥਾਂ ਕੀਤਾ ਗਿਆ ਹੈ। ਤੇ ਇੱਕ ਦਰਸ਼ਕ ਅਨੁਸਾਰ ਜਿਸ ਨੂੰ ਸੁਣ ਕੇ ਟਿੱਕਾ ਜੀ ਆਖਣ ਲੱਗੇ, ਧੰਨ ਹੋ ਆਪ, ਧੰਨ ਹੋ ਆਪ, ਤੁਸਾਂ ਹੀ ਕਲਯੁਗ ਵਿੱਚ ਇਸ ਜੀ ਜੰਤ ਨੂੰ ਤਾਰਨਾ ਹੈ, ਇਹ ਤੁਹਾਡਾ ਹੀ ਕੰਮ ਹੈ। ਬਾਬਾ ਜੀ, ਆਪ ਗੁਰੂ ਨਾਨਕ ਦੇਵ ਜੀ ਦੀ ਅੰਸ਼ ਹੋ। ਸ਼ਕਤੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਹੈ। ਨਿਰੰਕਾਰ ਨੇ ਆਪਣੀ ਸ਼ਕਤੀ ਦਾ ਰੂਪ ਗੁਰੂ ਨਾਨਕ ਕੀਤਾ ਹੈ। ਟਿੱਕਾ ਜੀ, ਜੋ ਤੁਹਾਡਾ ਹੁਕਮ ਹੈ ਉਹ ਗੁਰੂ ਨਾਨਕ ਦੀ ਰਜ਼ਾ ਵਿੱਚ ਹੀ ਵਰਤਦਾ ਹੈ। ਬਾਬਾ ਜੀ, ਜਿਸ ਨੇ ਸੱਚਖੰਡ ਵਿੱਚ ਜਾਣਾ ਹੋਵੇ ਉਹ ਤਾਂ ਪਹੁੰਚ ਸਕਦਾ ਹੈ ਜੇ ਉਸ ਦੀ ਬਾਂਹ ਉਸ ਦੇ ਗੁਰੂ ਦੇ ਹੱਥ ਹੋਵੇ ਤੇ ਗੁਰੂ ਵੀ ਕਾਮਲ ਹੋਵੇ। ਸਾਖੀ ਸੁਣ ਕੇ ਟਿੱਕਾ ਜੀ ਬੜੇ ਪ੍ਰਸੰਨ ਹੋਏ ਤੇ ਸਾਰੀ ਸੰਗਤ ਵੀ ਨਿਹਾਲ ਹੋਈ। ਵਿਦਾ ਕਰਨ ਤੋਂ ਪਹਿਲੋਂ ਬਾਬਾ ਜੀ ਨੇ ਇੱਕ ਦੰਦ ਖੰਡ ਦਾ ਸਿਮਰਨਾ ਟਿੱਕਾ ਜੀ ਨੂੰ ਭੇਟ ਕੀਤਾ ਤੇ ਉਹਨਾਂ ਨੇ ਆਪਣੇ ਵੱਲੋਂ ਬਾਬਾ ਜੀ ਨੂੰ ਇੱਕ ਮਾਲਾ ਭੇਟ ਕੀਤੀ। ਭਾਵੇਂ ਸੰਨ 1936 ਚੜ੍ਹ ਚੁੱਕਾ ਸੀ, ਪਰ ਅਖੰਡ ਪਾਠ ਉਸੇ ਤਰ੍ਹਾਂ ਹੁੰਦੇ ਰਹੇ, ਕਿਉਂਕਿ ਲਾਹੌਰ ਵੱਲ ਸ਼ਹੀਦ ਗੰਜ ਦਾ ਝਗੜਾ ਵੀ ਕਈ ਰੂਪ ਬਦਲ ਰਿਹਾ ਸੀ ਤੇ ਇਹ ਪਾਠ ਬਹੁਤਾ ਲੋਕ ਤੇ ਦੇਸ਼ ਰੱਖਿਆ ਲਈ ਹੀ ਕੀਤੇ ਜਾ ਰਹੇ ਸਨ। ਇੱਧਰੋਂ ਵਿਸਾਖੀ ਦਾ ਪੁਰਬ ਆ ਗਿਆ। ਸਮਾਂ ਥੋੜਾ ਹੋਣ ਕਰਕੇ ਬਾਗਾਂ ਤੋਂ ਸਿੱਧੇ ਹੀ ਦਮਦਮੇ ਸਾਹਿਬ ਪੁੱਜੇ, ਜਿਸ ਸਫ਼ਰ ਤੇ ਵਾਪਸੀ ਦਾ ਹਾਲ ਉਚਿਤ ਥਾਂ ਤੇ ਦਿੱਤਾ ਗਿਆ ਹੈ। ਯਾਤਰਾ ਉਪਰੰਤ ਜਦ ਠਾਠ ਤੇ ਵਾਪਸ ਆਏ ਤੇ ਮਈ ਮਹੀਨੇ ਵਿੱਚ ਸੰਤ ਗੁਲਾਬ ਸਿੰਘ ਜੀ ਦਾ ਸਰੀਰ ਬਹੁਤ ਢਿੱਲਾ ਹੋ ਗਿਆ। ਉਹਨਾਂ ਦੀ ਬੇਨਤੀ ਕਰਨ ਪਰ ਮੋਗੇ ਪੁੱਜੇ ਤੇ ਸੰਗਤਾਂ ਵਿੱਚ ਅਖੰਡ ਪਾਠ ਵੰਡ ਕੇ ਰਖਾਈ। ਪਹਿਲੇ ਪਾਠ ਦਾ ਭੋਗ ਪੈਣ ਤੇ ਕਸ਼ਟ ਬਹੁਤ ਸਾਰਾ ਨਿਵਰਤ ਹੋ ਗਿਆ। ਸ਼ਿਮਲਾ ਪਹਾੜੀਆਂ ਨੂੰ ਕਾਲਕਾ ਤੋਂ ਲੱਗ ਕੇ ਕੁਫਰੀ ਤੱਕ ਤੇ ਇਸ ਦੇ ਇਰਦ ਗਿਰਦ ਦੀਆਂ ਪਹਾੜੀਆਂ ਸ਼ਿਮਲਾ ਪਹਾੜੀਆਂ ਕਰਕੇ ਪ੍ਰਸਿੱਧ ਹਨ। ਉਸ ਵਕਤ ਇਸ ਇਲਾਕੇ ਉੱਤੇ ਅੰਗਰੇਜ਼ ਤੋਂ ਛੁੱਟ ਪਟਿਆਲਾ ਰਿਆਸਤ ਤੇ ਹੋਰ ਛੋਟੀਆਂ-ਛੋਟੀਆਂ ਪਹਾੜੀ ਹਿੰਦੂ ਰਿਆਸਤਾਂ ਦੀ ਅਮਲਦਾਰੀ ਸੀ, ਜਿਨ੍ਹਾਂ ਦੇ ਬੰਨੇ ਇੱਕ ਦੂਜੇ ਨਾਲ ਰਲੇ ਮਿਲੇ ਹੋਏ ਸਨ। ਕਿਤੇ ਕੋਈ ਇਲਾਕਾ ਆ ਜਾਂਦਾ, ਕਿਤੇ ਕੋਈ, ਪਰ ਇਸ ਵਿੱਚ ਪਟਿਆਲਾ ਰਾਜ ਦਾ ਚੌਖਾ ਹਿੱਸਾ ਸੀ। ਸਰਦਾਰ ਹਰਚੰਦ ਸਿੰਘ ਤਾਂ ਬਾਬਾ ਜੀ ਦੇ ਅਨੰਨ ਸੇਵਕ ਸਨ ਹੀ। ਉਹਨਾਂ ਦੀ ਸੰਗਤ ਨਾਲ ਉਹਨਾਂ ਦੇ ਮਿੱਤਰ ਸਰਦਾਰ ਬਸ਼ੇਰ ਸਿੰਘ ਬੈਰਿਸਟਰ, ਜੋ ਉਸ ਵੇਲੇ ਸੁਨਾਮ ਵਿੱਚ ਮੈਜਿਸਟ੍ਰੇਟ ਦਰਜਾ ਅਵਲ ਸਨ, ਆਉਣ ਲੱਗ ਪਏ। ਜਿਵੇਂ ਕਿ ਹੋਰ ਥਾਂ ਦੱਸਿਆ ਗਿਆ ਹੈ ਕਿ ਬਾਬਾ ਜੀ ਗਰਮੀ ਸਰਦੀ ਬਹੁਤ ਮਨਾਉਂਦੇ ਸਨ। ਇਹਨਾਂ ਦੋਹਾਂ ਸਰਦਾਰਾਂ ਨੇ ਆਪਸ 'ਚ ਸਲਾਹ ਕੀਤੀ ਕਿ ਇੱਕ ਵੇਰੀ ਬਾਬਾ ਜੀ ਨੂੰ ਪਹਾੜ ਤੇ ਲੈ ਚਲੀਏ। ਇਕੱਲੇ ਸਰਦਾਰ ਹਰਚੰਦ ਸਿੰਘ ਹੋਰਾਂ ਨੂੰ ਤਾਂ ਹੌਸਲਾ ਨਾ ਪਵੇ, ਪਰ ਸਰਦਾਰ ਬਸ਼ੇਰ ਸਿੰਘ ਹੋਰਾਂ ਪਾਸ ਇੱਕ ਕਾਰ ਇੱਥੇ ਲਾਰੀ ਹੋਣ ਕਰਕੇ ਪ੍ਰਬੰਧ ਚੰਗਾ ਸੀ। ਇਹਨਾਂ ਦੀ ਆਪਣੀ ਕੋਠੀ ਵੀ ਸੰਪੂਰਨ ਦੀ ਹੈਪੀ ਵੈਲੀ ਵਿੱਚ ਸੀ। ਬਾਬਾ ਜੀ ਤਾਂ ਜੰਗਲਾਂ ਜੂਹਾਂ ਵਿੱਚ ਰਹਿਣਾ ਪਸੰਦ ਕਰਦੇ ਸਨ, ਪਰ ਬਿਨਾਂ ਇਸ ਗੱਲ ਦੇ ਫੈਸਲਾ ਕਰਨ ਦੇ ਕਿ ਕਿੱਥੇ ਜਾ ਕੇ ਰਹਿਣਾ ਹੈ, ਇਹਨਾਂ ਨੇ ਬੇਨਤੀ ਕਰ ਦਿੱਤੀ। ਹੋਰ ਭਾਵਨਾ ਤੋਂ ਛੁੱਟ ਮਨ ਵਿੱਚ ਇਹ ਵੀ ਰੱਖਦਿਆਂ ਹੋਇਆਂ ਕਿ ਪਹਾੜਾਂ ਵਿੱਚ ਵਿਚਰਦਿਆਂ ਮਹਾਰਾਜ ਸਾਹਿਬ ਪਟਿਆਲਾ ਤੇ ਪ੍ਰਭਾਵ ਪੈਣ ਦਾ ਵਧੇਰਾ ਅਵਸਰ ਮਿਲੇਗਾ, ਜਿਸ ਨਾਲ ਮਹਾਰਾਜ ਸਾਹਿਬ ਦੇ ਠੀਕ ਹੋ ਜਾਣ ਦੀ ਆਸ ਸੀ। ਮਨੁੱਖੀ ਚਿਤਵਨ ਨਿਰੰਕਾਰ ਦੇ ਹੁਕਮ ਅੰਦਰ ਹੀ ਹੁੰਦੇ ਹਨ। ਹੋਰ ਪਤਾ ਨਹੀਂ ਕਿਹੜੇ-ਕਿਹੜੇ ਪ੍ਰਾਣੀਆਂ, ਰੁੱਖਾਂ, ਬਿਰਖਾਂ, ਪਹਾੜਾਂ, ਜੀਵ ਜੰਤੂਆਂ ਤੇ ਚਸ਼ਮਿਆਂ ਦੇ ਪੁੰਨਾਂ ਦੀ ਪ੍ਰੇਰਨਾ ਸੀ। ਉਹ ਤਾਂ ਨਿਰੰਕਾਰ ਜਾਣੇ ਜਾਂ ਬਾਬਾ ਜੀ ਜਾਣਨ, ਪਰ ਪਹਾੜ ਜਾਣ ਦੀ ਸੰਮਤੀ ਬਾਬਾ ਜੀ ਨੇ ਦੇ ਦਿੱਤੀ।
ਸੰਪੂਰਨ ਵਾਦੀ ਵਿੱਚ ਇੱਕ ਕੋਠੀ ਲਈ ਸਰਦਾਰ ਬਖਸ਼ੇਰ ਸਿੰਘ ਹੋਰਾਂ ਦਾ ਖਾਲੀ ਪਲਾਟ ਪਿਆ ਹੋਇਆ ਸੀ। ਬਾਬਾ ਜੀ ਦੀ ਇੱਛਾ ਅਨੁਸਾਰ 2 ਕੁ ਦਿਨ ਇੱਥੇ ਹੀ ਤੰਬੋਟੀਆ ਲਾ ਕੇ ਝੱਟ ਲੰਘਾਇਆ। ਉੱਥੋਂ ਸੈਰ ਕਰਦੇ ਕਰਦੇ ਇੱਕ ਸਵੇਰ ਨੂੰ ਸੋਲਨ ਵੱਲ ਨਿਕਲ ਗਏ ਤੇ ਉੱਥੋਂ ਅਗਾਂਹ ਚੰਬਾ ਘਾਟ ਵੱਲ। ਪਾਠਕ ਜਾਣਦੇ ਹਨ ਕਿ ਬਰੋੜਾ ਦੀ ਪਹਾੜੀ ਸੰਪੂਰਨ ਦੀ ਘਾਟੀ ਤੋਂ ਛੁੱਟ ਸੋਲਨ ਅਤੇ ਕੰਢੇ ਘਾਟ ਦੇ ਵਿਚਕਾਰ ਲਗਭਗ 8000 ਫੁੱਟ ਉੱਚਾ ਟਿੱਬਾ ਹੈ, ਜੋ ਕਰੋਲ ਦਾ ਟਿੱਬਾ ਕਰਕੇ ਪ੍ਰਸਿੱਧ ਹੈ। ਇਸ ਤੇ ਪੁੱਜਣ ਲਈ ਸੋਲਨ ਵੱਲੋਂ ਤਾਂ ਬਹੁਤ ਤਿਰਛੀ ਚੜ੍ਹਾਈ ਹੈ, ਪਰ ਸਲੋਗੜੇ ਸਟੇਸ਼ਨ ਤੋਂ ਪਗਡੰਡੀ ਜਾਂਦੀ ਹੈ। ਅੱਧ ਵਿਚਕਾਰ ਇੱਥੇ ਠੰਡੇ ਮਿੱਠੇ ਜਲ ਦਾ ਚਸ਼ਮਾ ਹੈ। ਉੱਤੇ ਜਾ ਕੇ ਜਰਾ ਖੁੱਲ੍ਹਾ ਮੈਦਾਨ ਆ ਜਾਂਦਾ ਹੈ, ਜਿਸ 'ਤੇ ਬਰਸਾਤੀ ਪਾਣੀ ਇਕੱਠਾ ਹੋਣ ਕਰਕੇ ਇੱਕ ਛੱਪੜ ਵੀ ਹੈ। ਟਿੱਬੇ ਦੇ ਜੰਗਲ ਨੂੰ ਅਖਰੋਟ, ਬਾਨ, ਕੱਕੜ, ਪੜਤ, ਜੈਤੂਨ ਤੇ ਰੁੱਖ ਸੁਹਾਵਣਾ ਬਣਾ ਦਿੰਦੇ ਹਨ। ਸਟੇਸ਼ਨ ਤੇ ਚਸ਼ਮੇ ਦੇ ਵਿਚਕਾਰ ਇੱਕ ਛੋਟੀ ਜਿਹਾ ਕੁਟੀਆ ਉਦਾਸੀ ਸੰਤ ਲਕਸ਼ਮਣ ਦਾਸ ਦੀ ਵੀ ਸੀ। ਬਾਬਾ ਜੀ ਦੇ ਦਰਸ਼ਨ ਕਰਨ ਲਈ ਸੋਲਨ ਵੱਲ ਜਾਣ ਦੀ ਸੰਤ ਜੀ ਨੂੰ ਕਿਸ ਤਰ੍ਹਾਂ ਅਤੀਵ ਪ੍ਰੇਰਨਾ ਹੋਈ, ਇਸ ਦਾ ਅਦਭੁਤ ਹਾਲ ਹੱਡ ਬੀਤਿਆਂ ਤੇ ਪੜ੍ਹਿਆ ਜਾਵੇਗਾ। ਸਿੱਟਾ ਇਹ ਨਿਕਲਿਆ ਕਿ ਸੰਤ ਜੀ ਵੱਲੋਂ ਆਪਣੀ ਕੁਟੀਆ ਵਿੱਚ ਚਰਨ ਪਾਉਣ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਬਾਬਾ ਜੀ ਉੱਧਰ ਜਾ ਪੁੱਜੇ। ਰਾਗੀਆਂ ਨੂੰ ਤਾਂ ਉੱਥੇ ਠਹਿਰਨ ਲਈ ਆਗਿਆ ਦੇ ਦਿੱਤੀ ਤੇ ਆਪ ਅਗਾਂਹ ਕੋਈ ਨਵੇਕਲੀ ਥਾਂ ਵੇਖਣ ਨਿਕਲ ਗਏ। ਕੁਝ ਦੂਰ ਜਾ ਕੇ ਇੱਕ ਸੋਹਣੀ ਜਿਹੀ ਪੱਧਰੀ ਥਾਂ ਲੱਭ ਲਈ। ਉੱਥੇ ਇੱਕ ਉਲਰਿਆ ਹੋਇਆ ਬਹੁਤ ਵੱਡਾ ਪੱਥਰ ਸੀ। ਉਸ ਦੇ ਹੇਠਾਂ ਕੁਝ ਵਕਤ ਕੱਟ ਲੈਂਦੇ, ਇੱਕ ਤੰਬੋਟੀ ਵੀ ਵਰਤੋਂ ਵਿੱਚ ਕਰ ਲੈਣੀ। ਇੱਕ ਰਾਤ ਚਸ਼ਮੇ ਤੇ ਵੀ ਕੱਟੀ। ਇੱਥੇ ਇੱਕ ਵੱਡਾ ਜਿਹਾ ਆਲਾ ਸੀ, ਜਿਸ ਦੇ ਅੰਦਰ ਸਾਲਗ੍ਰਾਮ ਸਥਾਪਿਤ ਸਨ, ਜਿਨ੍ਹਾਂ ਨੂੰ ਨੇੜੇ ਤੇੜੇ ਦੇ ਪਹਾੜੀਏ ਪੂਜਦੇ ਸਨ। ਇਸ ਥਾਂ ਦੇ ਸਾਹਮਣੇ ਤੰਬੋਟੀ ਲਾ ਕੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰਾ ਦਿੱਤਾ। ਰਾਤ ਦੇ ਸਮੇਂ 2 ਗੈਸ ਜਗਾਇਆ ਕਰਦੇ, ਜੋ ਇਸ ਪਹਾੜ ਤੇ ਇੱਕ ਅਨੋਖੀ ਗੱਲ ਸੀ ਤੇ ਇਹਨਾਂ ਦਾ ਚਾਨਣਾ ਚੈਲ ਤੋਂ ਦਿਸਦਾ ਸੀ। ਇੱਕ ਕੌਤਕ ਇੱਥੇ ਰਹਿੰਦਿਆਂ ਕੁਝ ਹੀ ਦਿਨ ਗੁਜ਼ਰੇ ਸਨ ਕਿ ਬਾਬਾ ਜੀ ਸੈਰ ਸਪਾਟਾ ਕਰਦਿਆਂ ਫਿਰ ਸੰਪੂਰਨ ਦੀ ਵਾਦੀ ਵੱਲ ਆ ਗਏ। ਸਰਦਾਰ ਬਖਸ਼ੇਰ ਸਿੰਘ ਦੀ ਕੋਠੀ ਤੋਂ 1.5 ਮੀਲ ਪੱਛਮ ਵੱਲ ਪਹਾੜ ਦੇ ਢਿਲਵਾਨ ਤੇ ਮਹਾਰਾਜਾ ਸਾਹਿਬ ਪਟਿਆਲਾ ਦੀ ਸ਼ਿਕਾਰਗਾਹ ਸੀ। ਇਸ ਵਿੱਚ ਸ਼ੇਰ ਰਹਿੰਦੇ ਸਨ। ਸ਼ੇਰ ਬੜਾ ਹੀ ਸਮਝਦਾਰ ਜਾਨਵਰ ਹੈ ਤੇ ਜੇ ਫੱਟੜ ਹੋ ਜਾਵੇ ਤਾਂ ਬਹੁਤ ਭਿਆਨਕ ਹੁੰਦਾ ਹੈ। ਇਸ ਲਈ ਚੰਗੇ ਨਿਸ਼ਾਨੇਬਾਜ਼ਾਂ ਨੂੰ ਹੀ ਇਸ ਦੇ ਸ਼ਿਕਾਰ ਕਰਨ ਦਾ ਹੌਸਲਾ ਪੈਂਦਾ ਹੈ। ਬਾਬਾ ਜੀ ਨੇ ਅੱਜ ਇਸ ਵੱਲ ਹੀ ਰੁਖ ਕੀਤਾ। ਉਹਨਾਂ ਦਿਨਾਂ ਵਿੱਚ ਹੀ ਮਹਾਰਾਜਾ ਸਾਹਿਬ ਦੇ ਨਿਉਤੇ ਉੱਤੇ ਲਾਰਡ ਵੈਲਿੰਗਡਨ ਵਾਇਸਰਾਏ ਹਿੰਦ ਨੇ ਸ਼ੇਰ ਦਾ ਸ਼ਿਕਾਰ ਕਰਨ ਲਈ ਉੱਧਰ ਆਉਣਾ ਸੀ। ਵਾਇਸਰਾਏ ਦੇ ਆਉਣ ਵਿੱਚ ਕੇਵਲ ਹਫ਼ਤਾ ਕੁ ਬਾਕੀ ਰਹਿ ਗਿਆ ਸੀ। ਸ਼ਿਕਾਰ ਲਈ ਸ਼ਿਕਾਰਗਾਹ ਵਿੱਚ ਮਚਾਨ ਮਨਾ ਜਿਹਾ ਬਣਿਆ ਪਿਆ ਸੀ ਤੇ ਸ਼ਿਕਾਰ ਵੇਲੇ ਉੱਥੇ ਕੱਟਾ ਬੰਨ੍ਹਿਆ ਜਾਂਦਾ ਸੀ, ਜਿਸ ਲਈ ਕਿੱਲਾ ਠੋਕਿਆ ਹੋਇਆ ਸੀ। ਨੇੜੇ ਹੀ ਲੋਹੇ ਦੀਆਂ ਕੁਝ ਜਿਸਤੀ ਚੱਦਰਾਂ ਪਈਆਂ ਹੋਈਆਂ ਸਨ। ਉੱਥੇ ਲੱਕੜਾਂ ਨਾ ਮਿਲੀਆਂ, ਸੋ ਬਾਬਾ ਜੀ ਨੇ ਮਨਾ ਹੀ ਢਵਾ ਦਿੱਤਾ, ਕਿੱਲਾ ਪੁਟਾ ਦਿੱਤਾ ਤੇ ਆਪਣੀ ਤੰਬੋਟੀ ਗੜ ਦਿੱਤੀ। ਸਰਦਾਰ ਹਰਚੰਦ ਸਿੰਘ ਦੀ ਜ਼ਬਾਨੀ ਜਦ ਮੈਂ ਗਿਆ, ਸਾਰਾ ਹਾਲ ਵੇਖ ਕੇ ਮੇਰਾ ਮੂੰਹ ਫੱਕ ਹੋ ਗਿਆ ਤੇ ਮੈਂ ਬੜਾ ਉਦਾਸ ਸਾਂ। ਮੈਨੂੰ ਪੁੱਛਣ ਲੱਗੇ, ਕੀ ਹੋ ਗਿਆ ਤੈਨੂੰ? ਉੱਤਰ ਵਿੱਚ ਮੈਂ ਬੇਨਤੀ ਕੀਤੀ ਕਿ ਵਾਇਸਰਾਏ ਦੇ ਸ਼ਿਕਾਰ ਵਿੱਚ ਸਿਰਫ ਹਫ਼ਤਾ ਬਾਕੀ ਹੈ। ਉਹ ਮਹਾਰਾਜਾ ਸਾਹਿਬ ਦਾ ਪ੍ਰਾਹੁਣਾ ਹੈ ਤੇ ਤੁਸੀਂ ਇਹ ਕੀ ਕਰ ਬੈਠੇ? ਭਲਿਆ ਲੋਕ, ਅੱਗੇ ਇੱਥੇ ਲਹੂ ਡੁੱਲਣਾ ਸੀ, ਹੁਣ ਅੰਮ੍ਰਿਤ ਬਰਖਾ ਹੋਵੇਗੀ। ਬਾਬਾ ਜੀ ਨੇ ਝੱਟ ਫਰਮਾਇਆ, ਮੈਂ ਮਹਾਰਾਜਾ ਤਾਂ ਸ਼ਰਧਾਲੂ ਹੈ ਨਹੀਂ, ਤੰਤਰੀ ਦਾ ਜ਼ੋਰ ਹੈ, ਕੋਈ ਖਰਾਬੀ ਨਾ ਹੋ ਜਾਏ। ਸੋਚਣ ਪਰ ਮੈਨੂੰ ਖਿਆਲ ਆਇਆ ਕਿ ਜੰਗਲਾਤ ਦੇ ਕੰਜ਼ਰਵੇਟਰ ਨਾਲ ਗੱਲ ਕਰਾਂ। ਉਹ ਮੇਰਾ ਮਿੱਤਰ ਸੀ। ਮੈਂ ਉਸ ਦੀ ਕੋਠੀ ਤੇ ਪੁੱਜਾ, ਜੋ ਕਿ ਉੱਥੋਂ ਅੱਧ ਕੁ ਮੀਲ 'ਤੇ ਸੀ।
ਸਾਰੀ ਗੱਲ ਦੱਸ ਕੇ ਕਿਹਾ, ਤੁਸੀਂ ਮਹਾਰਾਜਾ ਸਾਹਿਬ ਕੋਲ ਜਾਓ ਤੇ ਮੇਰੀ ਇਹ ਸ਼ਿਕਾਇਤ ਲਾ ਦਿਓ ਕਿ ਹਰਚੰਦ ਸਿੰਘ ਨੇ ਇਹ ਕਾਰਾ ਕੀਤਾ ਹੈ। ਮੈਂ ਸਾਰੀ ਗੱਲ ਆਪਣੇ ਤੇ ਲਊਂ। ਬੜੀ ਗੱਲ ਤਾਂ ਇਹ ਸੀ ਕਿ ਮੈਨੂੰ ਡਿਸਮਿਸ ਕਰ ਦੇਣਗੇ। ਕੰਜ਼ਰਵੇਟਰ ਨੇ ਇਵੇਂ ਹੀ ਸ਼ਿਕਾਇਤ ਕਰ ਦਿੱਤੀ। ਅਸੀਂ ਦੋਵੇਂ ਮਹਾਰਾਜਾ ਸਾਹਿਬ ਦੇ ਰੂਬਰੂ ਪੇਸ਼ ਹੋਏ। ਸਾਰੀ ਗੱਲ ਤਾਂ ਉਹਨਾਂ ਨੂੰ ਪਤਾ ਲੱਗ ਗਈ ਸੀ। ਮੈਨੂੰ ਢੋਲਕੀ ਵਾਲਾ ਸਾਧ ਲਈ ਫਿਰਦਾ ਹੈ। ਉਸ ਨੇ ਇੰਨਾ ਕਹਿ ਮਹਾਰਾਜਾ ਸਾਹਿਬ ਕੁਝ ਮਿੰਟ ਸੋਚਦੇ ਰਹੇ, ਫਿਰ ਬਿਨਾਂ ਬੋਲੇ ਅੰਦਰ ਚਲੇ ਗਏ। ਮੇਰੇ ਮਨ ਨੂੰ ਕੁਝ ਸ਼ਾਂਤੀ ਆਈ। ਪਿੱਛੋਂ ਪਤਾ ਲੱਗਾ ਕਿ ਆਪਣੀ ਬਿਮਾਰੀ ਦੀ ਵਜ੍ਹਾ ਦੱਸ ਵਾਇਸਰਾਏ ਦੇ ਸ਼ਿਕਾਰ ਦਾ ਪ੍ਰੋਗਰਾਮ ਮਹਾਰਾਜਾ ਸਾਹਿਬ ਨੇ ਟਾਲ ਦਿੱਤਾ ਹੈ, ਜਿਵੇਂ ਕਿ ਅੱਗੇ ਦੱਸਿਆ ਗਿਆ ਹੈ। ਸੰਤ ਗੁਲਾਬ ਸਿੰਘ ਜੀ ਦੀ ਬਿਮਾਰੀ ਤੇ ਬਾਬਾ ਜੀ ਮੋਗੇ ਪਧਾਰੇ ਸਨ, ਪਰ ਸੰਤ ਜੀ ਦੇ ਜੀਵਨ ਯਾਤਰਾ ਖਤਮ ਹੋਣ ਵਾਲੀ ਸੀ। ਬੜੋਗ ਵਾਲੇ ਜੰਗਲ ਵਿੱਚ ਰਹਿੰਦਿਆਂ ਵੀ ਲਗਭਗ 20 ਦਿਨ ਹੋਣ ਵਾਲੇ ਸਨ। ਬਾਬਾ ਜੀ ਨੂੰ ਸੰਤ ਗੁਲਾਬ ਸਿੰਘ ਜੀ ਨੇ ਬੇਨਤੀ ਵੀ ਕੀਤੀ ਹੋਈ ਸੀ ਕਿ ਅੰਤ ਸਮਾਂ ਸੰਭਾਲਣ ਦੀ ਕਿਰਪਾ ਕਰਨ। ਇਸ ਲਈ ਬਾਬਾ ਜੀ ਠਾਠ ਤੇ ਮੁੜ ਆਏ। ਇੱਧਰ ਸੰਤ ਗੁਲਾਬ ਸਿੰਘ ਜੀ ਨੇ 2 ਜੁਲਾਈ ਨੂੰ ਚੋਲਾ ਛੱਡ ਦਿੱਤਾ ਸੀ। ਆਪਣੇ ਦਿੱਤੇ ਬਚਨ ਅਨੁਸਾਰ ਬਾਬਾ ਜੀ ਸੰਤ ਜੀ ਦਾ ਅੰਤਮ ਸੰਸਕਾਰ ਕਰਾਉਣ ਲਈ ਮੋਗੇ ਪੁੱਜੇ ਤੇ ਸਭ ਕਾਰਜ ਆਪਣੀ ਨਿਗਰਾਨੀ ਹੇਠਾਂ ਵਿਧੀ ਅਨੁਸਾਰ ਕਰ ਕਰਾ ਅੰਗੀਠੇ ਦੀ ਪਰਿਕਰਮਾ ਕਰ ਠਾਠ ਨੂੰ ਵਾਪਸ ਮੁੜੇ ਤੇ ਫਿਰ 12 ਜੁਲਾਈ ਨੂੰ ਇਹਨਾਂ ਦੇ ਦਸਹਿਰੇ ਤੇ ਵੀ ਦਰਸ਼ਨ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਅਵਸਰ ਤੇ ਸੰਤ ਵਧਾਵਾ ਸਿੰਘ ਨੇ ਵੀ ਦਰਸ਼ਨ ਦਿੱਤੇ। ਨਾਨਕਸਰ ਠਾਠ ਤੇ ਹਾਲੀ ਮਹੀਨਾ ਕੁ ਰਹੇ ਹੋਣਗੇ ਕਿ ਦਿੱਲੀ ਦੀ ਪੁਕਾਰ ਸੁਣੀ ਗਈ, ਕਿਉਂਕਿ ਸਰਦਾਰ ਸੰਪੂਰਨ ਸਿੰਘ ਜੀ ਦੀ ਸੁਪਤਨੀ ਨੇ ਦੱਸਿਆ ਕਿ ਕੀਰਤਨ ਪਿੱਛੋਂ ਸੰਗੀ ਰੋਜ਼ ਅਰਦਾਸ ਕਰਦੇ ਸਨ। ਇਸ ਵਾਰੀ ਵੀ ਖੂਨੀ ਨਾਲੇ ਤੇ ਆਸਣ ਜਮਾਇਆ। ਇਸ ਸਮੇਂ ਦੇ ਕੁਝ ਹਾਲ ਤਾਂ ਹੋਰ ਭਾਗ ਵਿੱਚ ਅੱਗੇ ਆ ਚੁੱਕੇ ਹਨ। ਅਨੇਕਾਂ ਘਟਨਾਵਾਂ ਹੋਈਆਂ ਹੋਣਗੀਆਂ ਜਿਨ੍ਹਾਂ ਦਾ ਹਾਲੀ ਪਤਾ ਨਹੀਂ ਲੱਗ ਸਕਿਆ, ਪਰ ਸਰਦਾਰ ਰਤਨ ਸਿੰਘ ਜੀ ਅਨੁਸਾਰ ਇੱਕ ਵੇਰੀ ਦੀ ਗੱਲ ਹੈ ਕਿ ਇੱਕ ਦਿਨ ਦਿੱਲੀ ਨੇੜੇ ਦੇ ਪਿੰਡ ਦੀਆਂ 5-7 ਬੁੜੀਆਂ ਆ ਗਈਆਂ, ਉੱਚੀਆਂ ਘੱਗਰੀਆਂ ਪਾਈਆਂ ਹੋਈਆਂ, ਪੈਰਾਂ ਵਿੱਚ ਚਾਂਦੀ ਦੇ ਗਹਿਣੇ, ਹੱਥ ਜੋੜ ਕੇ ਆ ਖਲੋਤੀਆਂ। ਬਾਬਾ ਜੀ ਦੇ ਪੁੱਛਣ ਤੇ ਅਸੀਂ ਦੱਸਿਆ ਕਿ ਇਹ ਇੱਧਰ ਦੀਆਂ ਜਾਟਨੀਆਂ ਹਨ। ਮਾਈ ਕਿਵੇਂ? ਬਾਬਾ ਜੀ ਨੇ ਪੁੱਛਿਆ। ਉਹ ਬਾਵਾ ਮੀਂਹ ਤਾਂ ਪਊ। ਬਾਬਾ ਜੀ ਹੱਸ ਗਏ। ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ, ਰਾਮ ਰਾਮ ਕਰਿਆ ਕਰੋ। ਉਹ ਉੱਥੇ ਹੀ ਖਲੋ ਕਿਤਨਾ ਚਿਰ ਰਾਮ ਰਾਮ ਕਰਦੀਆਂ ਰਹੀਆਂ ਤੇ ਫਿਰ ਕਹਿਣ ਲੱਗੀਆਂ, ਲੋ ਹਮਨੇ ਰਾਮ ਰਾਮ ਕਰ ਦਿਆ ਹੈ। ਬਾਬਾ ਜੀ ਉਹਨਾਂ ਦੇ ਭੋਲੇਪਨ ਨੂੰ ਵੇਖ ਕੇ ਬੜੇ ਪ੍ਰਸੰਨ ਹੋਏ। ਅੱਛਾ, ਹੋਰ ਕਰਿਆ ਕਰੋ। ਕਹਿ ਪ੍ਰਸ਼ਾਦ ਦੇ ਕੇ ਉਹਨਾਂ ਨੂੰ ਘਰਾਂ ਨੂੰ ਤੋਰ ਦਿੱਤਾ। ਅਗਲੇ ਦਿਨ ਬਾਰਿਸ਼ ਵੀ ਹੋ ਗਈ। ਇਸ ਤਰ੍ਹਾਂ ਸਾਡੇ ਚੋਜੀ ਬਾਬਾ ਜੀ ਇੱਕ ਦਿਨ ਨਾਲ ਦੇ ਪਿੰਡ ਵਿੱਚ ਚਲੇ ਗਏ। ਗਰਮੀ ਬੜੀ ਸੀ। ਖੰਡ ਦੀ ਇੱਕ ਬੋਰੀ ਕਿਸੇ ਸੇਵਕ ਤੋਂ ਮੰਗਵਾ ਕੇ ਉਸ ਦਾ ਸ਼ਰਬਤ ਬਣਵਾ ਪਿੰਡ ਦੇ ਸਾਰੇ ਲੋਕਾਂ ਨੂੰ ਛਕਾਇਆ। ਇਹ ਸੁਣ ਕੇ ਬਾਮਨ ਵੀ ਆ ਗਏ। ਕੁਝ ਗਿਆਨ ਗੋਸ਼ ਕਰਦੇ ਰਹੇ। ਬਹੁਤ ਇਕੱਠ ਹੋ ਗਿਆ। ਇਵੇਂ ਬਚਨ ਬਿਲਾਸ ਕਰਦੇ ਸ਼ਾਮ ਨੂੰ ਵਾਪਸ ਠਾਠ ਤੇ ਮੁੜੇ। ਮਾਲਵੇ ਵਾਪਸ ਆਉਣ ਤੇ ਕੁਝ ਸਮਾਂ ਠਾਠ ਤੇ ਕੱਟਿਆ। ਇੱਕ ਪੂਰਨਮਾਸ਼ੀ ਵੀ ਇੱਥੇ ਕੀਤੀ ਤੇ ਫਿਰ ਬਾਗਾਂ ਵੱਲੋਂ ਬੇਨਤੀ ਆ ਗਈ, ਕਿਉਂਕਿ ਜਿਵੇਂ ਅੱਗੇ ਦੱਸਿਆ ਗਿਆ ਹੈ, ਸਰਦੀਆਂ ਬਹੁਤ ਝੰਗ ਮਘਿਆਣੇ ਵਾਲੇ ਪਾਸੇ ਹੀ ਬਾਬਾ ਜੀ ਬਤੀਤ ਕੀਤਾ ਕਰਦੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।